ਹੁਣ ਇਸ ਕੇਸ ਵਿੱਚ ਇੱਦਾਂ ਹੈਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਕਿ 18 ਤਰੀਕ ਨੂੰ ਸ਼ਾਮ ਨੂੰ ਆਪਣੇ ਤਕਰੀਬਨ 5 ਵਜੇ ਦੇ ਲਾਗੇ ਛਾਗੇ ਦੋ ਅਣਪਛਾਤੇ ਵਿਅਕਤੀਆਂ ਨੇ ਗੁਰਲਾਲ ਪਹਿਲਵਾਨ ਉਹਨਾਂ 'ਤੇ ਫਾਇਰ ਕਰਕੇ ਉਹਨਾਂ ਦੀ ਮੌਕੇ 'ਤੇ ਜਿਹੜੀ ਹੈਗੀ ਹੈ ਮੌਤ ਹੋ ਗਈ ਸੀਗੀ। ਅਤੇ ਉਹਦੇ 'ਚ ਜਦੋਂ ਇਹ ਇੰਸੀਡੈਂਟ ਹੋਇਆ ਹੈਗਾ ਅਤੇ ਸਾਨੂੰ ਜਿੰਨੀ ਕੁ ਵੀ ਸਾਨੂੰ ਫਸਟ ਹੈਂਡ ਜਿਹੜੀ ਇਨਫੋਰਮੇਸ਼ਨ ਮਿਲੀ ਹੈਗੀ ਹੈ ਉਸ 'ਤੇ ਕੰਮ ਕਰਦਿਆਂ ਹੋਇਆ ਅਸੀਂ ਇਮੀਡੀਏਟਲੀ ਆਪਣੀ ਪਾਰਟੀ ਜਿਹੜੀ ਹੈਗੀਆਂ ਵਿਦਿਨ ਪੰਜਾਬ ਵੀ ਭੇਜੀਆਂ ਔਰ ਆਊਟ ਆਫ ਸਟੇਟ ਵੀ ਜਿਹੜੀ ਹੈਗੀ ਇਮੀਡੀਏਟਲੀ ਰਵਾਨਾ ਕਰਤੀ ਸੀ ਕਿ ਸਾਡੇ ਕੋਲ ਕੁਛ ਕਲੂਜ਼ ਸਾਨੂੰ ਮਿਲੇ ਸੀਗੇ। ਲੇਕਿਨ ਜਦੋਂ ਇਹੋ ਜਿਹੇ ਕੇਸ ਵਿੱਚ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਤਾਂ ਅਸੀਂ ਇਹ ਨਹੀਂ ਕਿ ਇੱਕੋ ਥਿਊਰੀ 'ਤੇ ਕੰਮ ਕਰਦੇ ਹਾਂ, ਸਾਡੀ 3-4 ਥਿਊਰੀਜ਼ ਹੁੰਦੀਆਂ ਹੈਗੀਆਂ। ਜੋ ਸਾਡੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਆਉਂਦੀ ਰਹੀ ਅਸੀਂ ਉਹ ਸਾਡੇ ਲਈ ਇੱਕ ਥਿਊਰੀ ਬਣਦੀ ਗਈ। ਅਸੀਂ ਜਦ ਤੱਕ ਉਹ ਥਿਊਰੀ ਸੋਲਵ ਨਹੀਂ ਕਰਦੇ ਸੀਗੇ ਉਦ ਤੱਕ ਅਸੀਂ ਕਿਸੇ ਸਿੱਟੇ 'ਤੇ ਨਹੀਂ ਪਹੁੰਚਦੇ। ਲੇਕਿਨ ਉਹ 2 ਦਿਨਾਂ ਤੋਂ ਬਾਅਦ ਹੀ ਆਪਣਾ ਐਤਵਾਰ ਨੂੰ ਸਵੇਰੇ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਸਪੈਸ਼ਲ ਸੈੱਲ ਨੇ ਉਹਨਾਂ ਨੇ ਜਿਹੜੇ ਹੈਗੇ ਆ 3 ਬੰਦੇ ਜਿਹੜੇ ਇਹਨਾਂ 'ਚ ਜਿਹੜੇ ਐਕਟਿਵਲੀ ਪਾਰਟਿਸਿਪੇਟ ਜਿਹਨਾਂ ਨੇ ਕੀਤਾ ਸੀਗਾ ਉਹ ਉਹਨਾਂ ਨੇ ਅਰੈਸਟ ਕੀਤੇ ਸੀਗੇ। ਅਤੇ ਸਾਨੂੰ ਵੀ ਇਨਫੋਰਮੇਸ਼ਨ ਆ ਗਈ ਅਤੇ ਸਾਡੇ DSP ਡੀ ਸਾਹਿਬ ਇੰਚਾਰਜ CAE ਜਿਹੜੇ ਹੈਗੇ ਉਹ ਇਮੀਡੀਏਟਲੀ ਦਿੱਲੀ ਗਏ। ਸਾਡੀ ਇੱਕ ਪਾਰਟੀ ਆਲਰੇਡੀ ਦਿੱਲੀ ਸੀਗੀ ਉੱਥੇ CAE ਦੀ, ਤਾਂ ਅਸੀਂ ਉਹਨਾਂ ਨਾਲ ਜਿਹੜਾ ਹੈਗਾ ਸਾਰਾ ਟਾਈ ਅਪ ਕੀਤਾ। ਉਹਨਾਂ 3 ਜਿਹੜੇ ਬੰਦੇ ਹੈ ਉਹਨਾਂ ਵਿੱਚੋਂ ਜਿਹੜੇ ਮੇਨ ਹੈਗਾ ਉਹ ਸੀਗਾ ਗੋਰਾ ਜਿਹੜਾ ਹੈਗਾ ਸੌਰਵ ਤੇ ਜਿਹੜਾ ਹੈਗਾ ਸੁਖਵਿੰਦਰ, ਜਿਹੜੇ ਇਹ ਤਿੰਨੋਂ ਜਿਹੜੇ ਹੈਗੇ ਆਪਣੇ ਫਰੀਦਕੋਟ ਦੇ ਹੀ ਸੀਗੇ। ਇੱਕ ਤਾਂ ਜਿਹੜਾ ਗੋਰਾ ਹੈਗਾ ਉਹਨੇ ਤਾਂ ਐਕਟਿਵਲੀ ਪਾਰਟਿਸਿਪੇਟ ਕੀਤਾ ਕਿ ਉਹਨੂੰ ਜਿਹੜਾ ਸੋਰਸ ਆਫ ਵੈਪਨ ਜਿਹੜਾ ਹੈਗਾ ਵੈਪਨ ਵੀ ਉਹਨਾਂ ਨੇ ਪ੍ਰੋਵਾਈਡ ਕੀਤੇ। ਔਰ ਇਹ ਸਾਰੀ ਜਿਹੜੀ ਪ੍ਰੀਲਿਮਿਨਰੀ ਜਿਹੜੀ ਪੁੱਛਗਿੱਛ ਆਈ ਸੀਗੀ ਦਿੱਲੀ ਵੀ ਉਹ 'ਚ ਇਹ ਸੀਗਾ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਬਾਹਰ ਬੈਠਾ ਜਿਹੜਾ ਗੋਲਡੀ ਬਰਾੜ ਹੈਗਾ ਉਹ ਕਰਾ ਰਿਹਾ ਹੈਗਾ। ਹੁਣ ਜਿਹੜਾ ਗੋਰਾ ਫੜਿਆ ਸੀਗਾ ਉਹ ਗੋਲਡੀ ਬਰਾੜ ਦਾ ਜਿਹੜਾ ਹੈਗਾ ਉਹ ਜੀਜਾ ਹੈਗਾ। ਉਹਨੇ ਉਹਨੂੰ ਟਾਸਕ ਕੀਤਾ ਸੀ ਇਸ ਕੰਮ 'ਤੇ ਕਿ ਤੂੰ ਜਿਹੜਾ ਹੈਗਾ ਵੈਪਨ ਇਹ ਜਗ੍ਹਾ ਤੋਂ ਇਕੱਠੇ ਕਰਨੇ, ਇਹ ਨੇ B ਨੂੰ ਦੇਣੇ, B ਨੂੰ C ਨੂੰ ਦੇਣੇ ਹੈਗੇ ਆ। ਔਰ ਇਹ ਸਾਰੇ ਦੇ ਪਿੱਛੇ ਜਿਹੜਾ ਹੈਗਾ ਇਹ ਹਮੇਸ਼ਾ ਇਹ ਹੁੰਦਾ ਹੈ ਕਿ A ਨੂੰ B ਦਾ ਨਹੀਂ ਪਤਾ ਹੁੰਦਾ, B ਨੂੰ C ਦਾ ਨਹੀਂ ਪਤਾ, C ਨੂੰ D ਦਾ ਨਹੀਂ ਪਤਾ ਹੁੰਦਾ। ਇਹਨਾਂ ਨੇ ਆਪਣੇ ਆਪਣੇ ਸਪੈਸੀਫਿਕ ਰੋਲ ਹੁੰਦੇ ਆ ਜੋ ਇਹਨਾਂ ਨੇ ਆਪਣੇ ਆਪਣੇ ਰੋਲ ਮੁਤਾਬਿਕ ਆਪਣਾ ਜਿਹੜਾ ਕੰਮ ਕੀਤਾ ਹੈਗਾ। ਜਿਹੜੇ 2 ਮੁੰਡੇ ਲੋਕਲ ਜਿਹੜੇ ਸੀਗੇ ਆਪਣੇ ਸ਼ਹਿਰ ਦੇ ਸੌਰਵ ਤੇ ਸੁਖਵਿੰਦਰ, ਉਹਨਾਂ ਨੇ ਜਿਹੜੀ ਰੈਕੀ ਵਾਲਾ ਪਾਰਟ ਜਿਹੜਾ ਹੈਗਾ ਉਹ ਉਹਨਾਂ ਨੂੰ ਉਹਨਾਂ ਜਿੰਮੇ ਲੱਗਾ ਸੀਗਾ ਰੈਕੀ ਵਾਲਾ ਪਾਰਟ ਪਲੱਸ ਜਿਹੜਾ ਵਹੀਕਲ ਪ੍ਰੋਵਾਈਡ ਕਰਨੀ। ਉਹ ਵਹੀਕਲ ਵੀ ਇਹਨਾਂ ਨੇ ਬੜਾ ਮੋਟਰਸਾਈਕਲ ਜਿਹੜਾ 2 ਵੀਲਰ ਜਿਹੜਾ ਪ੍ਰੋਵਾਈਡ ਕੀਤਾ। ਬਾਅਦ 'ਚ ਇਹਨਾਂ ਨੇ ਯੂਜ਼ ਕਰਨ ਤੋਂ ਬਾਅਦ ਇੱਕ ਜਗ੍ਹਾ ਛੱਡ ਦਿੱਤਾ, ਇੱਕ ਨੇ ਨਹਿਰ 'ਚ ਸੁੱਟ ਦਿੱਤਾ, ਲੇਕਿਨ ਅਸੀਂ ਬਾਅਦ ਚਲੋ ਰਿਕਵਰ ਕਰ ਲਏ ਸੀਗੇ। ਅਸੀਂ ਜਿਹੜੀ ਕਾਰ ਜਿਹੜੀ ਯੂਜ਼ ਹੋਈ ਸੀ ਇਹਦੇ 'ਚ ਉਹ ਆਪਣੇ ਕਾਰ ਵੀ ਜਿਹੜੀ ਹੈਗੀ ਆ ਉਹ ਜਿਹੜਾ ਗੋਰਾ ਹੈਗਾ ਜਿਹੜਾ ਅਰੈਸਟ ਕੀਤਾ ਉਹਦੀ ਕਾਰ ਸੀਗੀ। ਉਹ ਜਿਹੜਾ ਗੋਰਾ ਉਹਦਾ ਜਿਹੜਾ ਕਜ਼ਨ ਜਿਹਨਾਂ ਦੇ ਪਿੱਛੇ ਜੇ ਚੰਡੀਗੜ੍ਹ ਵਿੱਚ ਮਰਡਰ ਹੋਇਆ ਸੀ ਉਹਦੀ ਕਾਰ ਇਸਤੇਮਾਲ ਕਰਦਾ ਸੀਗਾ ਜਿਹੜੀ ਵਰਨਾ ਵਾਈਟ ਕਲਰ ਦੀ ਸੀਗੀ। ਇਹ ਕਾਰ ਵੀ ਜਿਹੜੀ ਹੈਗੀ ਇਹਨਾਂ ਨੇ ਆਪਣੇ ਇੱਥੋਂ ਭੱਜਣ 'ਚ ਜਦੋਂ ਗਏ ਅੱਗੇ ਇਹਨਾਂ ਨੇ ਜਿਹੜਾ ਝੱਜਰ ਲਾ ਕੇ ਉਹ ਕਾਰ ਜਿਹੜੀ ਹੈਗੀ ਆ ਉਹ ਛੱਡਤੀ ਸੀ ਕਾਰ। ਔਰ ਇਹਨਾਂ ਨੂੰ ਮੈਸੇਜ ਆ ਗਿਆ ਤੁਸੀਂ ਛੱਡ ਕੇ ਅਤੇ ਉੱਥੋਂ ਤੁਸੀਂ ਮਤਲਬ ਬਾਈ ਬੱਸ ਵਗੈਰਾ ਚੱਲ ਜਾਓ। ਅਤੇ ਜਿਹੜੇ 2 ਸ਼ੂਟਰ ਸੀਗੇ ਉਹਨਾਂ ਨੇ ਉੱਥੋਂ ਟੈਕਸੀ ਕਰਾ ਕੇ ਉੱਥੋਂ ਵੱਖਰੇ ਵੱਖਰੇ ਹੋ ਗਏ। ਇਹ 3 ਜਣੇ ਜਿਹੜੇ ਹੈਗੇ ਆ ਆਪਣੇ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਦੇ ਮਤਲਬ ਇਹ ਦਿੱਲੀ ਕਾਬੂ ਆ ਗਏ ਸੀਗੇ। ਉਸ ਤੋਂ ਬਾਅਦ ਸਾਡੀ ਜਿਹੜੀ ਇਨਵੈਸਟੀਗੇਸ਼ਨ ਉਹ ਪੈਰਲ ਫਰੋਮ ਡੇ 1 ਚੱਲ ਰਹੀ ਸੀਗੀ। ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹਿਊਮਨ ਇੰਟੈਲੀਜੈਂਸ 'ਤੇ ਵੀ ਆਪਣੇ ਜਿਹੜੇ ਹੈਗੇ ਆ ਸੌਰਵ ਜਿਹੜਾ ਹੈਗਾ ਔਰ ਸੁਖਜਿੰਦਰ ਦੇ ਆਲਮੋਸਟ ਅਸੀਂ ਘਰ ਪਹੁੰਚ ਗਏ ਸੀਗੇ। ਔਰ ਉਹਨਾਂ ਦੇ ਜਿਹੜੇ ਹੈਗੇ ਸਾਡੇ ਕੋਲ ਆਇਡੈਂਟੀਜ਼ ਵੀ ਆ ਗਈਆਂ ਸੀਗੀਆਂ, ਲੇਕਿਨ ਉਹ ਦਿੱਲੀ ਜਿਹੜੇ ਹੈਗੇ ਉਸੇ ਰਾਤ ਜਿਹੜੇ ਹੈਗੇ ਅਰਲੀ ਮਾਰਨਿੰਗ ਜਿਹੜੇ ਦਿੱਲੀ ਉਹ ਫੜੇ ਗਏ। ਫਰਦਰ ਜਿਹੜਾ ਇਹਦੇ ਵਿੱਚ ਜਿਹੜੀ ਸਾਡੇ ਕੋਲ ਲੀਡ ਆਈ ਉਹਦੇ ਵਿੱਚ ਅਸੀਂ 5 ਬੰਦੇ ਜਿਹੜੇ ਹੋਰ ਇਹਦੇ 'ਚ ਅਰੈਸਟ ਕੀਤੇ ਸੀਗੇ, ਜਿਹਦੇ ਵਿੱਚ ਆਪਣੇ ਮਚਾਕੀ ਪਿੰਡ ਦੇ ਕੁਝ ਬੰਦੇ ਹੈਗੇ ਆ ਜਿਹਨਾਂ ਕੋਲ ਅਸੀਂ ਬਾਅਦ 'ਚ ਵੈਪਨ ਵੀ ਰਿਕਵਰ ਕੀਤਾ। ਔਰ ਹੈਵੀ ਕੁਆਂਟਿਟੀ 'ਚ ਜਿਹੜੇ ਹੈਗੇ 9mm ਜਿਹੜੇ ਰਾਊਂਡ ਹੈਗੇ ਆ ਤਕਰੀਬਨ 7 ਰਾਊਂਡ ਜਿਹੜੇ ਹੈਗੇ 9mm ਦੇ ਉਹ ਵੀ ਅਸੀਂ ਰਿਕਵਰ ਕੀਤੇ ਸੀਗੇ। ਜੋ ਉਹਨੇ ਵੀ ਪੁੱਛਗਿੱਛ ਵਿੱਚ ਇਹੀ ਦੱਸਿਆ ਕਿ ਉਹਨੂੰ ਕਿਸੇ ਦਾ ਫੋਨ ਆਇਆ, ਮਤਲਬ ਬੈਕਗਰਾਊਂਡ 'ਤੇ ਜਿਹੜਾ ਸਾਰੀ ਗੱਲ ਜਿਹੜੀ ਮੈਂ ਦੱਸ ਰਿਹਾ ਉਹ ਬੈਕਗਰਾਊਂਡ 'ਚ ਗੋਲਡੀ ਬਰਾੜ ਜਿਹੜਾ ਹੈਗਾ ਜਿਹੜਾ ਕੈਨੇਡਾ ਬੈਠਾ ਬੈਕਗਰਾਊਂਡ 'ਤੇ ਉਹ ਹਰ ਗੱਲ 'ਚ ਉਹਦੀ ਸ਼ਮੂਲੀਅਤ ਆ ਰਹੀ ਹੈਗੀ ਹੈ। ਔਰ ਜਿਵੇਂ ਤੁਹਾਨੂੰ ਪਤਾ ਵੀ ਹੈ ਕਿ ਜਦੋਂ ਇਹ ਕ੍ਰਾਈਮ ਹੋਇਆ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਨੇ ਜਿਹੜੀ ਇਹਦੀ ਰਿਸਪੌਂਸਿਬਿਲਿਟੀ ਵੀ ਕਲੇਮ ਕਰ ਲਈ ਸੀ ਲਾਰੈਂਸ ਬਿਸ਼ਨੋਈ ਗਰੁੱਪ ਨੇ। ਔਰ ਗੋਲਡੀ ਨੇ ਕੋਈ ਪੋਸਟ ਪਾਈ ਸੀਗੀ। ਅਸੀਂ ਉਸ ਪੋਸਟ 'ਤੇ ਵੀ ਜਿਹੜਾ ਹੈਗਾ ਵਰਕ ਕਰ ਰਹੇ ਹੈਗੇ। ਸਾਡੇ ਕੋਲ ਵਾਈਟਲ ਐਵੀਡੈਂਸ ਵੀ ਹੈਗੀਆਂ, ਵਾਈਟਲ ਕਲੂਜ਼ ਵੀ ਹੈਗੇ ਕਿ ਇਹਦੇ 'ਚ 100% ਜਿਹੜਾ ਹੈਂਡ ਜਿਹੜਾ ਹੈਗਾ ਉਹ ਗੋਲਡੀ ਬਰਾੜ ਦਾ, ਉਹਨੂੰ ਆਪਾਂ ਨਕਾਰਾ ਨਹੀਂ ਕਰ ਸਕਦੇ। ਅਤੇ ਇਸੇ ਦੌਰਾਨ ਹੀ ਆਪਣੇ ਜਿਹੜੇ ਹੈਗੇ ਆ ਸਾਡੇ ਕੋਲ ਹੋਰ ਵੀ ਹਜੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਹਜੇ ਜਾਰੀ ਹੈ। ਇਸ ਇਨਵੈਸਟੀਗੇਸ਼ਨ ਵਿੱਚ ਜਿਹੜੀ ਥਿਊਰੀਜ਼ ਮੈਂ ਤੁਹਾਨੂੰ ਪਹਿਲਾਂ ਜਿਹੜੀ ਗੱਲ ਕਹੀ ਹੈ ਕਿ ਇਸ ਥਿਊਰੀ ਚੱਲਦੇ ਅਸੀਂ ਕਈ ਬੰਦੇ ਲਿਆਏ, ਕਈ ਇਹਨੂੰ ਛੱਡਣਾ ਪਿਆ। ਹੁਣ ਅਸੀਂ ਇਹ ਦੇਖੋ ਇਸ ਕੇਸ ਵਿੱਚ ਐਂ ਹੁੰਦਾ ਕਿ ਅਸੀਂ ਕਿਸੇ ਨੂੰ ਗਲਤ ਅਰੈਸਟ ਨਹੀਂ ਪਾ ਸਕਦੇ, ਲੇਕਿਨ ਸਾਨੂੰ ਪੁੱਛਗਿੱਛ ਲਈ ਕਈਆਂ ਨੂੰ ਬਣਾਉਣਾ ਪੈਂਦਾ। ਅਸੀਂ ਕਈਆਂ ਨੂੰ ਬੁਲਾਇਆ, ਕਈ ਨੂੰ ਛੱਡਿਆ ਵੀ ਹੈਗਾ। ਜਦੋਂ ਸਾਨੂੰ ਇਨਫੋਰਮੇਸ਼ਨ ਜੇ ਤੋਂ ਚਾਹੀਦੀ ਸੀਗੀ ਅਸੀਂ ਉਹਨੂੰ ਕਲੀਅਰ ਕਰਕੇ ਫਾਰ ਕੀਤਾ, ਲੇਕਿਨ ਹਜੇ ਅਸੀਂ ਤੱਕ ਕਿਸੇ ਨੂੰ ਹਜੇ ਤੱਕ ਅਸੀਂ ਕਲੀਨ ਚਿੱਟ ਨਹੀਂ ਦਿੱਤੀ ਹੈਗੀ ਆ। ਉਹ ਸਾਡੇ ਮਤਲਬ ਰਡਾਰ ਵਿੱਚ ਹੈਗੇ। ਅਸੀਂ ਅਜੇ ਹੋਰ ਪੁੱਛਗਿੱਛ ਕਰ ਲਈ, ਸ਼ਾਇਦ ਉਹਨਾਂ ਨੂੰ ਦੁਬਾਰਾ ਵੀ ਬੁਲਾਈਏ।
ਜਿਵੇਂ ਜਿਵੇਂ ਸਾਡੇ ਕੋਲ ਐਵੀਡੈਂਸ ਔਰ ਇਨਵੈਸਟੀਗੇਸ਼ਨ ਸਾਡੀ ਅੱਗੇ ਚੱਲੂਗੀ। ਸਰ ਲਾਰੈਂਸ ਬਿਸ਼ਨੋਈ ਨੂੰ ਜੋ ਪੋਸਟ ਪਾ ਦੀ ਫਿਰ ਆਪਾਂ ਨਾਮਜ਼ਦ ਕਿਉਂ ਨਹੀਂ ਕੀਤਾ? ਉਹਨਾਂ ਨਾਮਜ਼ਦ ਕਰਨ ਦਾ ਬਿਲਕੁਲ ਨਾਮਜ਼ਦ ਹੈਗਾ ਜੀ। ਫਿਰ ਉਹ ਲਿਆਉਣ ਲਈ ਕੀ ਪ੍ਰਕਿਰਿਆ ਸ਼ੁਰੂ ਕੀਤੀ ਜੀ? ਉਹ ਪ੍ਰਕਿਰਿਆ ਚੱਲ ਰਹੀ ਜੀ, ਮੈਂ ਦੱਸ ਰਿਹਾ ਨਾ ਜੀ। ਸਾਨੂੰ ਹੁਣ ਇਹ ਦੇਖੋ, ਉਹਦੇ ਤੇ ਇੱਕ ਪੋਸਟ ਪਾਈ ਨਾ ਜੀ, ਮੈਂ ਜਿਹੜੇ ਪਹਿਲਾਂ ਹੀ ਗੱਲ ਕੀਤੀ ਹੈ, ਪੋਸਟ ਜਿਹੜੀ ਹੈਗੀ ਜਿਹੜੀ ਪਾਈ ਹੈ ਉਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਗੋਲਡੀ ਬਰਾੜ ਵਾਲੇ ਸਾਨੂੰ ਕਲੂਜ਼ ਅੱਛੇ ਸਾਡੇ ਕੋਲ ਹੈਗੇ ਆ, ਲੇਕਿਨ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਥਰੂ ਜਿਹੜਾ ਨੈਟ ਸਾਡਾ ਪ੍ਰੋਸੀਜਰ ਜਿਹੜਾ ਹੁੰਦਾ ਉਹ ਅਸੀਂ ਸਾਰਾ ਕੰਪਲੀਟ ਕਰਾਂਗੇ, ਕਿਉਂਕਿ ਉਹ ਹਾਈ ਸਿਕਿਉਰਿਟੀ ਜੇਲ੍ਹ ਵਿੱਚ ਇਸ ਵੇਲੇ ਹੈਗਾ। ਉਹ ਕੀਤੀ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਰਕ ਨਹੀਂ ਕਰ ਰਹੀ, ਨਾ ਹੀ ਉਹਨੂੰ ਕੋਈ ਦੱਸ ਰਹੀ, ਆਪਣੀ ਮਰਜ਼ੀ ਨਾਲ ਬੰਦੇ ਫੜ ਰਹੀ ਤੇ ਆਪਣੇ ਨਾਲ ਛੱਡ ਰਹੀ ਹੈ, ਤੇ ਨਾ ਹੀ ਉਹਨਾਂ ਕੋਈ ਹਜੇ ਪੁਖਤਾ ਜਿਹੜਾ ਕੀ ਕਾਰਨ ਰਿਹਾ ਵੀ ਕੋਈ ਖੁੱਲ੍ਹ ਕੇ ਕਾਰਨ ਨਹੀਂ ਬਾਹਰ ਕੱਢ ਰਹੇ। ਦੇਖੋ ਹਜੇ ਇਹ ਇਨਵੈਸਟੀਗੇਸ਼ਨ ਔਨ ਹੈਗੀ, ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ, ਮੈਂ ਕੋਈ ਇਹੋ ਜਿਹੀ ਗੱਲ ਨਹੀਂ ਇੱਥੇ ਕਰਨਾ ਚਾਹੁੰਦਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਆ ਉਹ 'ਚ ਸਾਡੇ ਕੋਲ ਡਿੱਕਾ ਪਵੇ ਜਾਂ ਮੁਲਜ਼ਮ ਨੂੰ ਕਿਸੇ ਨੂੰ ਫਾਇਦਾ ਪਹੁੰਚੇ ਇਸ ਗੱਲ ਦਾ। ਸਰ ਪਰਿਵਾਰ ਵੱਲੋਂ ਇੱਕ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਜਿਹੜੇ ਇਸ ਮਾਮਲੇ ਵਿੱਚ ਮੁੱਖ ਗਵਾਹ ਬਣੇ ਨੇ ਉਹਨਾਂ ਨੂੰ ਹੋਰ ਮਾਮਲੇ ਵਿੱਚ ਉਲਝਾਇਆ ਜਾ ਰਿਹਾ। ਦੇਖੋ ਉਹਦੇ ਵਿੱਚ ਜਿਹੜੇ ਮੁੱਖ ਗਵਾਹ ਜਿਹੜੇ ਬਣੇ ਹੈਗੇ ਆ, ਉਹ ਸਾਡਾ ਇੱਕ ਕੇਸ ਇੱਥੇ ਹੋਇਆ ਸੀ 31/12 ਨੂੰ, FIR ਨੰਬਰ 459 ਹੈਗੀ ਆ, ਜਿਹਦੇ ਵਿੱਚ ਕੁਲਦੀਪ ਸਿੰਘ ਸੀਗੇ ਜਿਹੜੇ ਆਈਲੈਟ ਇੱਕ ਰਨ ਕਰ ਰਹੇ ਹੈਗੇ, ਉਹਨਾਂ ਤੇ ਅਟੈਕ ਹੋਇਆ ਸੀਗਾ। ਉਸ ਦੌਰਾਨ ਤਫਤੀਸ਼ ਸਾਡੇ ਕੋਲ ਜਿਹੜੀ ਫੁਟੇਜ ਵਗੈਰਾ ਆਈ, ਜਿਹੜੀ ਟੈਕਨੀਕਲ ਐਵੀਡੈਂਸ ਆਈ ਹੈ, ਉਹਦੇ 'ਚ ਅਸੀਂ ਇੱਕ ਬੰਦਾ ਨੋਮੀਨੇਟ ਕੀਤਾ ਸੀਗਾ ਔਰ ਉਸੇ ਲਿਆਂਦਾ ਵੀ ਸੀਗਾ। ਲਿਆਂਦਾ ਮਤਲਬ ਕਿ ਉਹ ਆਪ ਹੀ ਇੰਟਰਿਮ ਬੇਲ ਕਰਾ ਕੇ ਸਾਡੇ ਕੋਲ ਆਏ ਨੇ, ਉਹ ਸ਼ਾਮਲ ਤਫਤੀਸ਼ ਹੋਏ ਨੇ। ਉਸ ਤਫਤੀਸ਼ ਦੌਰਾਨ ਹੀ ਜਿਹੜਾ ਹੈਗਾ ਉਹਨਾਂ ਨੇ ਅੱਗੇ ਨਾਂ ਦੱਸਿਆ ਹੈਗਾ ਕਿ ਇਹ ਜਿਹੜਾ ਹੈਗਾ ਇਸ ਬੈਕਗਰਾਊਂਡ 'ਤੇ ਆਹ ਨਾਂ ਦਾ ਬੰਦਾ ਹੈਗਾ, ਜਿਹਦੇ ਬਾਰੇ ਅਸੀਂ ਹਜੇ ਵੀ ਉਹ ਫਿਰ ਸਬਜੈਕਟ ਟੂ ਇਨਵੈਸਟੀਗੇਸ਼ਨ ਹੈਗਾ, ਹਜੇ ਉਹਨਾਂ ਨੂੰ ਅਸੀਂ ਬੁਲਾ ਕੇ ਪੁੱਛਗਿੱਛ ਕਰਨੀ ਹੈਗੀ ਹੈ। ਹੁਣ ਜਿਹੜੀ ਤੁਸੀਂ ਗਵਾਹ ਦੀ ਗੱਲ ਕਰ ਰਹੇ ਹੋ, ਹੁਣ ਮੈਂ ਤੁਹਾਨੂੰ ਇਹ ਬੜਾ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਜੇ ਕੋਈ ਬੰਦਾ ਕਿਸੇ ਮੁਕੱਦਮੇ 'ਚ ਗਵਾਹ ਹੈਗਾ ਔਰ ਉੱਤੇ ਕੋਈ ਹੋਰ ਐਲੀਗੇਸ਼ਨ ਲੱਗਦਾ, ਉਹ ਸਾਨੂੰ ਵੈਰੀਫਾਈ ਤਾਂ ਕਰਨਾ ਹੀ ਪੈਣਾ ਨਾ ਜੀ। ਅਸੀਂ ਇੱਕ ਇਸ ਪਰਾਂ ਤੇ ਛੱਡ ਨਹੀਂ ਸਕਦੇ ਕਿਸੇ ਨੂੰ ਕਿ ਅਗਲਾ ਇਸ ਗਵਾਹ ਤਾਂ ਅਸੀਂ ਇਹਨੂੰ ਕੁਝ ਨਹੀਂ ਕਰ ਸਕਦੇ, ਉਹਨੂੰ ਕ੍ਰਾਈਮ ਦਾ ਕਰਨ ਦਾ ਹਰ ਤਰ੍ਹਾਂ ਦਾ ਹੱਕ ਹੈ, ਬਿਲਕੁਲ ਨਹੀਂ। ਉਹ ਵੀ ਸਬਜੈਕਟ ਟੂ ਇਨਵੈਸਟੀਗੇਸ਼ਨ ਹੋਊਗਾ, ਬਿਲਕੁਲ ਹੀ। ਅਸੀਂ ਨਹੀਂ ਕਹਿ ਰਹੇ ਕਿ ਉਹ ਜੋ ਉਹਨੇ ਕਹਿਤਾ ਉਹ ਸੱਚ ਹੈ, ਝੂਠ ਹੈ, ਉਹ ਅਸੀਂ ਇਨਵੈਸਟੀਗੇਟ ਕਰਾਂਗੇ ਜੀ। ਸਰ ਇਸ ਤੋਂ ਇਲਾਵਾ ਜਿਹੜੇ 3 ਮੁਲਜ਼ਮਾਂ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਅੱਜ ਰਿਮਾਂਡ ਵੀ ਖਤਮ ਹੋ ਰਿਹਾ, ਦੁਆਰਾ ਪੇਸ਼ ਕਰਨ, ਉਹਨਾਂ ਤੋਂ ਕੁਝ ਤੱਥ ਹੋਰ ਸਾਹਮਣੇ ਆਏ ਇਸ ਮਾਮਲੇ ਨੂੰ ਲੈ ਕੇ? ਦੇਖੋ ਬਿਲਕੁਲ ਸਾਹਮਣੇ ਆਏ ਹੈਗੇ ਆ। ਉਸ ਸਾਹਮਣੇ ਆਉਣ ਤੋਂ ਬਾਅਦ ਹੀ ਸਾਨੂੰ ਦੇਖੋ ਇਹਦੇ 'ਚ ਜਿਹੜੇ ਹੈਗੇ ਆ, ਅਸੀਂ ਇੱਕ ਫੋਰਚੂਨਰ ਗੱਡੀ ਵੀ ਇਸਤੇਮਾਲ ਕੀਤੀ, ਜਿਹਦੇ 'ਚ ਵੈਪਨ ਆਉਣ ਜਾਣ ਹੋਇਆ, ਉਹ ਅਸੀਂ ਗੱਡੀ ਜ਼ਬਤ ਕੀਤੀ ਹੈਗੀ ਆ। ਸਾਨੂੰ ਵੈਪਨ ਵੀ ਹੋਰ ਮਿਲੇ ਹੈਗੇ, ਆਪਣੇ ਜਿਹੜੇ ਰਾਉਂਡ ਮਿਲੇ ਹੋਰ ਸਾਨੂੰ, ਅਸੀਂ ਮੋਟਰਸਾਈਕਲ ਰਿਕਵਰ ਕੀਤੇ ਹੈਗੇ ਆ, ਤੇ ਹੋਰ ਵੀ ਅਸੀਂ ਜਿਹੜੀ ਹੈਗੀ ਇਨਵੈਸਟੀਗੇਸ਼ਨ ਵਿੱਚ ਕਰ ਰਹੇ ਹਾਂ। ਉਹਨਾਂ ਦਾ ਰਿਮਾਂਡ ਅੱਜ ਖਤਮ ਹੋਣਾ ਸੀ, ਪੇਸ਼ ਕਰਕੇ ਅਸੀਂ ਹੁਣ ਕੋਰਟ ਨੂੰ, ਮਾਨਯੋਗ ਕੋਰਟ ਨੂੰ ਰਿਕੁਐਸਟ ਕਰਕੇ ਸ਼ਾਇਦ ਅਸੀਂ ਹੋਰ ਰਿਮਾਂਡ ਵੀ ਲਵਾਂਗੇ। ਸਰ ਇਸ ਪਤਾ ਲੱਗਿਆ ਵੀ ਉਹ ਕਿੱਥੇ ਠਹਿਰੇ ਸੀ? ਮੰਨ ਲਓ ਇੱਕ ਦਿਨ ਪਹਿਲਾਂ ਆਏ ਤੇ ਕਿਹਦੇ ਕੋਲ ਰੁਕੇ ਸੀ, ਤੇ ਕੋਈ ਪਤਾ ਲੱਗ ਸਕਿਆ ਕਿ ਉਹ ਗੈਂਗਸਟਰ ਆਏ ਸੀ? ਦੇਖੋ ਇਹ ਕਿਹੜਾ, ਕਿਉਂਕਿ ਉਹਨਾਂ ਨੇ ਕਹਿਣਾ ਕਿ ਅਜੇ ਇੱਥੇ ਆਏ ਇੱਕ ਦਿਨ ਪਹਿਲਾਂ, ਉਹ ਗੁਰੂ ਨਾਨਕ ਕਾਲਜ ਦਾ ਕਹਿ ਰਹੇ ਵੀ ਉੱਥੇ ਆਏ ਸੀਗੇ, ਪਰ ਇੱਥੇ ਕੀ ਕੋਲ ਰਹੇ ਆ ਵੀ ਸਾਰਾ ਕੁਝ ਪ੍ਰੋਸੈਸ ਕੁਝ। ਦੇਖੋ ਮੈਂ ਤੁਹਾਨੂੰ ਇਹ ਕਹਿਣਾ ਕਿ ਹਜੇ ਇਹਦੇ 'ਚ 2 ਬੰਦੇ ਜਿਹੜੇ ਹਜੇ ਨਹੀਂ ਅਰੈਸਟ ਹੋਏ ਹੈਗੇ, ਜਿਹੜੇ ਮੇਨ ਜਿਹੜੇ ਸ਼ੂਟਰ ਹੈਗੇ ਆ, ਇਹ ਲਿੰਕ ਹੈ। ਦੇਖੋ ਲਿੰਕ ਤੋਂ ਲਿੰਕ ਅੱਗੇ ਤੋਂ ਅੱਗੇ ਗੱਲ ਚੱਲਦੀ ਹੈਗੀ। ਹੁਣ ਉਹ ਲਿੰਕ ਵਿੱਚ ਆ ਕੇ ਗੱਲ ਇੱਥੇ ਅੜੀ ਹੈ ਕਿ ਉਹ ਜਿਹੜੇ ਇੱਕ ਰਾਤ ਸਾਡਾ ਜਿਹੜਾ ਗੈਪ ਹੈਗਾ, ਉਹ ਅਸੀਂ ਉਸ 'ਤੇ ਵੀ ਇਨਵੈਸਟੀਗੇਟ ਕਰ ਰਹੇ ਹਾਂ ਕਿ ਉਹ ਜਿਹੜੀ ਇੱਕ ਰਾਤ ਹੈਗੀ ਆ ਉਹ ਕਿੱਥੇ ਰਹੇ ਨੇ ਆਪਣੇ, ਠੀਕ ਹੈ। ਉਹ ਹਜੇ ਸਬਜੈਕਟ ਟੂ ਇਨਵੈਸਟੀਗੇਸ਼ਨ ਹੈ। ਪਲੱਸ ਹਜੇ ਸਾਡੇ ਕੋਲ 2 ਜਿਹੜੇ ਸ਼ੂਟਰ ਹੈ ਉਹ ਸਾਡੇ ਕੋਲ ਆਣੇ ਹੈਗੇ ਆ, ਉਹਦੇ ਬਾਰੇ ਅਸੀਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਨਾਲ ਵੀ ਇਨ ਟੱਚ ਹੈਗੇ, ਔਰ ਸਾਨੂੰ ਉਮੀਦ ਹੈ ਕਿ ਜਲਦੀ ਅਸੀਂ ਉਸ 'ਚ ਵੀ ਸਾਨੂੰ ਕਾਮਯਾਬੀ ਮਿਲੂਗੀ। ਸਰ ਇੱਕ ਜਿਹੜਾ 2 ਮਹੀਨੇ ਪਹਿਲਾਂ ਇਹ ਵਾਰਦਾਤ ਹੁੰਦੀ ਕੁਲਦੀਪ ਵਾਲੀ, ਭਾਈ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਿਹਾ ਹੈਗਾ ਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਫਰੋਮ ਡੇ 1 ਮੈਰਿਟ ਤੇ ਚੱਲੀ ਸੀ, ਮੈਰਿਟ ਤੇ ਚੱਲ ਰਹੀ ਹੈ ਔਰ ਮੈਰਿਟ ਤੇ ਹੀ ਚੱਲੇਗੀ। ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕਹਿ ਸਕਦਾ ਜੀ। ਹੁਣ ਕੁਝ ਸਾਨੂੰ ਹੁਣ ਗੱਲਾਂ ਜਿਹੜੀ ਨਵੀਆਂ ਪਤਾ ਲੱਗੀਆਂ ਹੈਗੀਆਂ, ਇਹਨਾਂ ਵਿੱਚੋਂ ਹੀ ਇਹਨਾਂ ਜਿਹੜੇ ਸਾਨੂੰ 3 ਬੰਦੇ ਦਿੱਲੀ ਲਿਆਂਦੇ ਕਿ ਇਹ ਡਰੱਗਸ ਦਾ ਵੀ ਜਿਹੜਾ ਹੈਗਾ ਇਹ ਨਾਲ ਕੰਮ ਕਰਦਾ ਹੈਗਾ, ਤੇ ਇਹਨੇ ਮਤਲਬ ਗੁਰਲਾਲ ਪਹਿਲਵਾਨ ਉਹਨਾਂ ਨੂੰ ਆਪਣੇ ਜਿਹੜੇ ਕੰਮ ਉਹ ਐਕਸਟੋਰਸ਼ਨ ਕਰਦਾ ਸੀਗਾ, ਤੇ ਆਪਣੇ ਗੁਰਲਾਲ ਪਹਿਲਵਾਨ ਨੂੰ ਨਹੀਂ ਰੋਕਦੇ ਸੀਗੇ ਆਪਣੇ ਬੰਦਿਆਂ ਨੂੰ ਕਿ ਇਸ ਕੰਮ 'ਚ ਨਾ ਪਾਓ। ਉਹਨੂੰ ਇਸ ਗੱਲ ਦੀ ਅੜਕ ਸੀਗੀ ਕਿ ਇਹ ਮੇਰੇ ਕੰਮ 'ਚ ਡਿੱਕਾ ਹੈਗਾ। ਜਿਹੜੀ ਗੱਲ ਸਾਡੇ ਕੋਲ ਪ੍ਰਾਇਮਰੀ ਸਾਹਮਣੇ ਆਈ ਹੈ ਹੁਣ ਤੱਕ, ਉਹਨੂੰ ਅਸੀਂ ਪ੍ਰੂਵ ਕਰਾਂਗੇ ਹੋਰ ਜੇ, ਔਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ।